प्यारे दोस्तों ते भैनों, तुसीं सुन रहे हो प्रोग्राम ਸਾਹਿਤ ਸੁਨੇਹੇ ਹਰਵਿੰਦਰ ਸ਼ਰਮਾ ਦੇ ਨਾਲ ਮੀਡੀਆ ਵੇਵਸ ਤੋਂ। ਮੈਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਕਰਦਾ ਤੇ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਕਿੱਸਾ ਯੂਸਫ ਜ਼ੁਲੇਖਾ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਨਾ। ਇਸ ਕਿੱਸੇ ਨੂੰ ਪੜ੍ਹਨਾ, ਇਸ ਦੀ ਕਹਾਣੀ ਨੂੰ ਜਾਣਨਾ ਮੈਨੂੰ ਹੁਣ ਤੱਕ ਦੇ ਅਧਿਐਨ ਦੇ ਵਿੱਚੋਂ ਇੱਕ ਅਤੀ ਮੁਸ਼ਕਲ ਅਧਿਐਨ ਇਹ ਲੱਗਿਆ, ਕਿਉਂਕਿ ਜਿਸ ਤਰ੍ਹਾਂ ਦੀਆਂ ਅਸੀਂ ਕਹਾਣੀਆਂ ਸੁਣਦੇ ਸੁਣਾਉਂਦੇ ਆਏ ਹਾਂ, ਅਜਿਹੀ ਕਹਾਣੀ ਉਸ ਨਾਲ ਮਿਲਦੀ ਜੁਲਦੀ ਇਸ ਕਿੱਸੇ ਦੇ ਵਿੱਚ ਨਹੀਂ ਹੈ। ਇਹ ਬਿਲਕੁਲ ਵੱਖਰੀ ਗੱਲ ਹੈ। ਜੋ ਵੀ ਗੀਤ ਸੰਗੀਤ ਅਸੀਂ ਸੁਣੇ ਇਸ ਕਿੱਸੇ ਦੀ ਕਹਾਣੀ ਦੇ ਨਾਲ ਇਹ ਨਹੀਂ ਹੈ, ਕੁਝ ਹੱਦ ਤੱਕ ਠੀਕ ਨੇ, ਪਰੰਤੂ ਪੰਜਾਬੀ ਦੇ ਜੋ ਅਸੀਂ ਗੀਤ ਸੰਗੀਤ ਸੁਣੇ ਉਹ ਇਸ ਕਿੱਸੇ ਦੀ ਕਹਾਣੀ ਦੇ ਨਾਲ ਭੋਰਾ ਵੀ ਮੇਲ ਨਹੀਂ ਖਾਂਦੇ। ਸੋ ਅਜਿਹਾ ਨਹੀਂ ਸੋਚਣਾ ਕਿ ਇਹ ਕਿੱਸਾ ਕੋਈ ਹੀਰ ਰਾਂਝਾ, ਸੱਸੀ ਪੁੰਨੂ, ਕੋਈ ਮਿਰਜ਼ਾ ਸਾਹਿਬਾਂ ਅਜਿਹਾ ਹੋਵੇਗਾ। ਇਹ ਉਸ ਤੋਂ ਬਿਲਕੁਲ ਹੀ ਵੱਖਰਾ ਹੋ ਨਿਬੜਦਾ ਹੈ। ਤੇ ਸਭ ਤੋਂ ਪਹਿਲਾਂ ਤਾਂ ਮੈਂ ਵੀ ਆਪਣੇ ਅੱਲਾ ਤੋਂ, ਪਰਵਰਦਗਾਰ ਤੋਂ ਪਹਿਲਾਂ ਹੀ ਮਾਫੀ ਮੰਗਦਾ, ਕਿਉਂਕਿ ਇਹ ਜ਼ਿਆਦਾਤਰ ਜਿਹੜਾ ਅਧਿਐਨ ਹੈ ਅਰਬੀ ਅਤੇ ਫਾਰਸੀ ਭਾਸ਼ਾਵਾਂ ਦਾ ਹੈ। ਉਹਨਾਂ ਦੇ ਵਿੱਚੋਂ ਮੈਂ ਥੋੜ੍ਹਾ ਬਹੁਤਾ ਜਿੱਥੇ ਕਿਤੇ ਅਨੁਵਾਦ ਮਿਲਿਆ ਜਾਂ ਕੁਝ ਸਹਾਇਤਾ ਲੈ ਕੇ ਉਹ ਕਹਾਣੀ ਤਿਆਰ ਕੀਤੀ ਹੈ, ਤਾਂ ਕਿ ਮੈਂ ਇਸ ਕਹਾਣੀ ਦੇ ਨਾਲ ਪੂਰਾ ਇਨਸਾਫ ਕਰ ਸਕਾਂ। ਆਪਣੀ ਤਰਫੋਂ ਕੋਸ਼ਿਸ਼ ਕੀਤੀ ਹੈ। ਤੇ ਇਸ ਕਹਾਣੀ ਨੂੰ ਪੜ੍ਹਨ ਦੇ ਲਈ ਮੈਂ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾ ਕਿੱਸਾ ਜਿਹਨੇ ਲਿਖਿਆ ਹਾਫਿਜ਼ ਬਰਖੁਰਦਾਰ 1679 ਦੇ ਵਿੱਚ ਉਹਨਾਂ ਨੇ ਇਹ ਕਿੱਸਾ ਮੁਕੰਮਲ ਕੀਤਾ ਸੀ। ਉਹਨਾਂ ਤੋਂ ਇਲਾਵਾ ਫਜ਼ਲ ਸ਼ਾਹ, ਮੌਲਵੀ ਗੁਲਾਮ ਰਸੂਲ ਆਲਮਪੁਰੀ, ਮੌਲਵੀ ਅਹਿਮਦ ਦਿਲਪਜ਼ੀਰ, ਡਾਕਟਰ ਪਿਆਰ ਸਿੰਘ, ਸ਼੍ਰੀ ਕੁਰਾਨ ਮਜੀਦ ਇਹ ਮੁੱਖ ਸਰੋਤ ਰਹੇ। ਅਖਲਾਕੇ ਜਲਾਲੀ, ਅਲਾਮਾ ਜਲਾਲੁਦੀਨ, ਜ਼ੁਲੇਖਾਏ ਫਿਰਦੌਸੀ, ਅਬੂ ਉਲ ਕਾਸਮ ਦਾ ਬਾਈਬਲ, ਜੌਨ ਸਟਰਲਿੰਗ ਲੰਡਨ ਦਾ ਐਡੀਸ਼ਨ ਹੈ, ਕਿਉਂਕਿ ਬਾਈਬਲ ਦੇ ਵਿੱਚ ਵੀ ਇਹ ਯੂਸਫ ਦੀ ਕਹਾਣੀ ਹੈ ਜਿਹੜੀ ਉਹ ਮਿਲਦੀ ਹੈ 1955 ਵਾਲੇ ਐਡੀਸ਼ਨ ਦੇ ਵਿੱਚ। ਇਸ ਤੋਂ ਇਲਾਵਾ ਸਦੀਕ ਲਾਲੀ, ਕਾਸਮ ਉਲ ਮਹਾਜ਼ੀਨ, ਫਾਰਸੀ ਮੌਲਵੀ ਅਬਦੁਸਤਾਰ ਅਨਵਦ ਤੇ ਖੋਜ ਪੱਤਰਕਾ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 1986 ਵਿੱਚ ਛਾਪੀ ਗਈ, ਜਿਹਦੇ ਵਿੱਚ ਇਸ ਕਿੱਸੇ ਦੀ ਕਾਫੀ ਖੋਜ ਦਾ ਕੰਮ ਦਿੱਤਾ ਗਿਆ। ਉਹਦੇ ਵਿੱਚ ਕਹਾਣੀ ਤਾਂ ਨਹੀਂ ਹੈ, ਪਰੰਤੂ ਥੋੜ੍ਹੀਆਂ ਗੱਲਾਂ ਉਹਦੇ ਬਾਰੇ ਜ਼ਰੂਰ ਇਸ ਵਿੱਚ ਮਿਲਦੀਆਂ ਨੇ। ਇਸ ਤੋਂ ਇਲਾਵਾ ਭਾਈ ਕਾਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼, ਪੰਜਾਬੀ ਸਾਹਿਤ ਦਾ ਇਤਿਹਾਸ, ਡਾਕਟਰ ਈਸ਼ਰ ਸਿੰਘ ਤਾਂਗ ਤੇ ਰਹਿਮਾਨ ਜਾਮੀ ਦਾ ਕਿੱਸਾ ਜਿਹੜਾ ਸਭ ਤੋਂ ਪ੍ਰਸਿੱਧ ਰਿਹਾ ਹੈ, ਜਿਵੇਂ ਹੀਰ ਦਾ ਕਿੱਸਾ ਵਾਰਿਸ ਸ਼ਾਹ ਦਾ ਮਸ਼ਹੂਰ ਰਿਹਾ ਉਸੇ ਤਰ੍ਹਾਂ। ਪਰੰਤੂ ਇਹ ਵੀ ਆਉਂਦਾ ਕਿ ਜਾਮੀ ਨੇ ਇਸ ਕਿੱਸੇ ਦੇ ਵਿੱਚ ਕਈ ਸਾਰੇ ਵਾਅਦੇ ਕੀਤੇ ਸੀ, ਉਹਨਾਂ ਨੂੰ ਕਈ ਤਰ੍ਹਾਂ ਦੇ ਇਲਜ਼ਾਮਾਂ ਦਾ ਵੀ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਦਾ ਬਾਈਬਲ ਦੇ ਵਿੱਚ ਜੋ ਕਿੱਸਾ ਮਿਲਦਾ ਹੈ ਯੂਸਫ ਦਾ, ਇਸਲਾਮੀ ਕਵੀਆਂ ਨੇ ਬਾਈਬਲ ਵਾਲੀ ਕਹਾਣੀ ਤੋਂ ਕੋਈ ਪ੍ਰਭਾਵ ਨਹੀਂ ਕਬੂਲਿਆ। ਉਹਨਾਂ ਨੇ ਆਪਣੀ ਜੋ ਕਹਾਣੀ ਹੈ ਉਸ ਨੂੰ ਹੀ ਆਧਾਰ ਮੰਨਿਆ, ਪਰੰਤੂ ਇਸ ਕਿੱਸੇ ਦਾ ਜਿਹੜਾ ਮੁੱਖ ਆਧਾਰ ਹੈ ਉਹ ਕੁਰਾਨ ਮਜੀਦ ਜਾਂ ਕੁਰਾਨ ਸ਼ਰੀਫ ਹੈ, ਤੇ ਜੋ ਉਸ ਦੀ ਕਹਾਣੀ ਹੈ ਅਸੀਂ ਉਸੇ ਨੂੰ ਹੀ ਸੱਚੀ ਮੰਨ ਸਕਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਕੁਝ ਸਪਾਂਸਰਸ ਵੀਰ ਨੇ ਇੱਕ ਵਾਰੀ ਮੈਂ ਫਿਰ ਉਸ ਰੱਬ ਤੋਂ, ਉਸ ਵਾਹਿਗੁਰੂ ਤੋਂ, ਅੱਲਾ ਤੋਂ ਖੇਮਾ ਪਹਿਲਾਂ ਹੀ ਚਾਹੁੰਦਾ, ਕਿਉਂਕਿ ਕਿੱਸੇ ਨੂੰ ਤਿਆਰ ਕਰਨ ਦੇ ਵਿੱਚ ਕੁਝ ਅਜਿਹੇ ਧਾਰਮਿਕ ਸ਼ਬਦ ਵੀ ਨੇ, ਧਾਰਮਿਕ ਗੱਲਾਂ ਵੀ ਨੇ। ਕਿਤੇ ਮੈਨੂੰ ਇਹ ਹੁੰਦਾ ਵੀ ਕਿਤੇ ਸ਼ਰ੍ਹਾ ਦਾ ਕਿਸੇ ਪ੍ਰਕਾਰ ਦਾ ਉਲੰਘਣ ਨਾ ਹੋਵੇ, ਪਰ ਜੇਕਰ ਕਿਤੇ ਮੈਂ ਗਲਤੀ ਕਰ ਵੀ ਜਾਵਾਂ ਤਾਂ ਉਸ ਪ੍ਰਮਾਤਮਾ ਤੋਂ, ਅੱਲਾ ਤੋਂ ਇਹੀ ਮਾਫੀ ਚਾਹੁੰਦਾ ਕਿ ਮੈਨੂੰ ਇੱਕ ਛੋਟਾ ਜਿਹਾ ਬੱਚਾ ਸਮਝ ਕੇ ਮਾਫ ਕਰਨਾ। ਤੇ ਯੂਸਫ ਜ਼ੁਲੇਖਾ ਦਾ ਕਿੱਸਾ ਪੰਜਾਬੀ ਕਿੱਸਾ ਕਾਵਿ ਦੀ ਪਰੰਪਰਾ ਦਾ ਇੱਕ ਉੱਘਾ ਅੰਗ ਰਿਹਾ। ਇਸ਼ਕ ਮਜਾਜੀ ਤੇ ਆਧਾਰਿਤ ਇਸ ਕਿੱਸੇ ਦਾ ਇੱਕ ਸਿਰਾ ਇਸ਼ਕ ਹਕੀਕੀ ਨਾਲ ਵੀ ਜਾ ਜੁੜਦਾ ਹੈ। ਪੰਜਾਬ ਦੇ ਆਮ ਇਸ਼ਕੀਆਂ ਕਿੱਸਿਆਂ ਤੋਂ ਉਲਟ ਇਸ ਵਿੱਚ ਖੁੱਲ੍ਹੇ ਪਿਆਰ ਦੀ ਨਿਖੇਧੀ ਕੀਤੀ ਗਈ ਹੈ ਅਤੇ ਪਾਠਕਾਂ ਨੂੰ ਇਸਲਾਮੀ ਸ਼ਰ੍ਹਾ ਦੀ ਪਾਬੰਦੀ ਵਿੱਚ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੱਤੀ ਗਈ ਹੈ। ਇਹ ਕਿੱਸਾ ਇਸ਼ਕੀਆ ਹੁੰਦੇ ਹੋਏ ਵੀ ਧਾਰਮਿਕ ਰੰਗਣ ਵਾਲਾ ਹੋ ਨਿਬੜਦਾ ਹੈ। ਇਸੇ ਕਾਵਿ ਪਰੰਪਰਾ ਨੇ ਪੰਜਾਬੀ ਵਿੱਚ ਪੂਰਨ ਭਗਤ ਭਰਥਰੀ ਹਰੀ ਅਤੇ ਰਾਜਾ ਗੋਪੀ ਚੰਦ ਜਿਹੇ ਕਿੱਸਿਆਂ ਦੀ ਪਰੰਪਰਾ ਨੂੰ ਜਨਮ ਦਿੱਤਾ। ਯੂਸਫ ਜ਼ੁਲੇਖਾ ਦਾ ਇਹ ਕਿੱਸਾ ਇੱਕ ਰੌਚਕ ਕਥਾ ਰਾਹੀਂ ਅਸਿੱਧੇ ਤੌਰ ਤੇ ਇਸਲਾਮੀ ਸ਼ਰੀਅਤ ਨੂੰ ਦ੍ਰਿੜਾਉਂਦਾ ਤੇ ਪ੍ਰਚਾਰਦਾ ਹੈ। ਇਸ ਕਿੱਸੇ ਦਾ ਮੁੱਖ ਸੋਮਾ ਕੁਰਾਨ ਸ਼ਰੀਫ ਹੈ। ਹਜ਼ਰਤ ਮੂਸਾ ਦੀ ਤੌਰਾਤ ਵਿੱਚ ਆਏ ਇਸ ਇਬਰਾਨੀ ਕਿੱਸੇ ਨੂੰ ਕੁਰਾਨ ਸ਼ਰੀਫ ਦੇ ਸੂਰਾ ਯੂਸਫ ਅੱਲਾ ਪਾਕ ਨੇ ਸਰਵੋਤਮ ਕਿੱਸਾ ਅਹਨਸ ਉਲ ਕਸਸ
ਕਹਿ ਕੇ ਹਜ਼ਰਤ ਮੁਹੰਮਦ ਲਈ ਬਿਆਨਿਆ ਹੈ। ਮੁਸਲਮਾਨ ਕਵੀਆਂ ਨੇ ਅਰਬੀ ਫਾਰਸੀ ਰਚਿਤ ਯੂਸਫ ਜ਼ੁਲੇਖਾ ਨਾਲ ਸੰਬੰਧਿਤ ਮਸਨਵੀਆਂ ਤੋਂ ਪ੍ਰੇਰਿਤ ਹੋ ਕੇ ਪੰਜਾਬੀ ਵਿੱਚ ਆਪਣੇ ਕਿੱਸਿਆਂ ਦੀ ਰਚਨਾ ਕੀਤੀ ਹੈ। ਕੁਰਾਨ ਸ਼ਰੀਫ ਵਿੱਚ ਪਾਈ ਜਾਣ ਵਾਲੀ ਯੂਸਫ ਜ਼ੁਲੇਖਾ ਦੀ ਕਥਾ ਵਿੱਚ ਸ਼ਿੰਗਾਰ ਰਸ ਨਾ ਮਾਤਰ ਹੀ ਹੈ, ਭਾਵ ਜ਼ੁਲੇਖਾ ਦੀ ਸੁੰਦਰਤਾ ਨੂੰ ਇਸ ਵਿੱਚ ਬਿਆਨ ਨਹੀਂ ਕੀਤਾ ਗਿਆ, ਕਿਉਂਕਿ ਜਿਵੇਂ ਕਿ ਹਿੰਦੂ ਕਵੀਆਂ ਦੀ ਵੀ ਪਰੰਪਰਾ ਰਹੀ, ਕਿਉਂਕਿ ਰਮਾਇਣ ਜਾਂ ਕਿਸੇ ਹੋਰ ਪ੍ਰਕਾਰ ਦੀ ਜਦੋਂ ਮਹਾਕਾਵ ਲਿਖਿਆ ਜਿਸ ਵਿੱਚ ਸੀਤਾ ਮਾਤਾ ਦੇ ਸ਼ਿੰਗਾਰ ਨੂੰ ਜਾਂ ਉਹਨਾਂ ਦੇ ਰੂਪ ਨੂੰ ਵਰਣਨ ਕਰਨਾ ਵਰਜਿਤ ਹੁੰਦਾ ਸੀ, ਉਸੇ ਤਰ੍ਹਾਂ ਇਸ ਕਿੱਸੇ ਦੇ ਵਿੱਚ ਵੀ ਜਾਂ ਕੁਰਾਨ ਮਜੀਦ ਵਿੱਚ ਵੀ ਜਿਹੜੇ ਜ਼ੁਲੇਖਾ ਜਾਂ ਅਜਿਹੇ ਕਿੱਸਿਆਂ ਨੂੰ, ਅਜਿਹੀ ਸੁੰਦਰਤਾ ਨੂੰ ਵਰਣਨ ਕਰਨ ਤੋਂ ਵਰਜਿਆ ਗਿਆ। ਪਰੰਤੂ ਫਾਰਸੀ ਅਤੇ ਪੰਜਾਬੀ ਕਿੱਸਾਕਾਰਾਂ ਨੇ ਇਸ ਕਥਾ ਨੂੰ ਆਪਣੇ ਰੋਮਾਂਟਿਕ ਸੁਭਾਅ ਕਾਰਨ ਕਾਫੀ ਰੰਗੀਨ ਅਤੇ ਹਸੀਨ ਬਣਾ ਦਿੱਤਾ ਹੈ। ਕੁਰਾਨ ਸ਼ਰੀਫ ਵਿੱਚ ਇਸ ਕਿੱਸੇ ਦੀਆਂ ਘਟਨਾਵਾਂ ਮਿਸਾਲ ਵਜੋਂ ਪੇਸ਼ ਕਰਕੇ ਰੱਬੀ ਹਿਕਮਤ ਦੀ ਸਰਾਹਨਾ ਕੀਤੀ ਗਈ ਹੈ, ਪਰੰਤੂ ਪੰਜਾਬੀ ਅਤੇ ਫਾਰਸੀ ਦੇ ਵਧੇਰੇ ਕਿੱਸਿਆਂ ਵਿੱਚ ਇਸ਼ਕ ਦੇ ਸੋਹਿਲੇ ਗਾਏ ਗਏ ਹਨ। ਕੁਰਾਨ ਸ਼ਰੀਫ ਵਿੱਚ ਜ਼ੁਲੇਖਾ ਅਤੇ ਅਜ਼ੀਜ਼ ਮਿਸਰ ਦਾ ਬਾਦਸ਼ਾਹ ਦੇ ਨਾਮ ਤੱਕ ਨਹੀਂ ਮਿਲਦੇ, ਪਰੰਤੂ ਕਿੱਸਾਕਾਰਾਂ ਨੇ ਆਪਣੀ ਕਲਪਨਾ ਦੀ ਸਹਾਇਤਾ ਨਾਲ ਘਟਨਾਵਾਂ ਤੇ ਪਾਤਰਾਂ ਵਿੱਚ ਇੰਨੇ ਵਾਧੇ ਕੀਤੇ ਹਨ ਕਿ ਮੁੱਖ ਕਥਾ ਦਾ ਹੁਲੀਆ ਤੇ ਕਹਾਣੀ ਕਾਫੀ ਹੱਦ ਤੱਕ ਬਦਲ ਕੇ ਰਹਿ ਗਏ ਨੇ। ਕੁਰਾਨ ਸ਼ਰੀਫ ਦੀ ਸੂਰਾ ਯੂਸਫ ਵਿੱਚ ਇਸ ਕਿੱਸੇ ਨੂੰ ਸਰਵੋਤਮ ਆਖਿਆ ਗਿਆ ਹੈ ਅਤੇ ਇਸ ਦੇ ਪਾਠ ਨੂੰ ਮਹਾਪੁੰਨ ਦਾ ਕਾਰਜ ਮੰਨਿਆ ਗਿਆ, ਕਿਉਂਕਿ ਇਸ ਵਿੱਚ ਰੱਬ ਦੀ ਸਰਵ ਵਿਆਪਕਤਾ, ਸਰਵ ਸ਼ਕਤੀਮਾਨਤਾ ਤੇ ਮਨੁੱਖ ਦੇ ਸਭ ਤੋਂ ਸ਼ੁੱਧ ਅਤੇ ਆਚਰਣ ਨੂੰ ਦ੍ਰਿੜਾਇਆ ਗਿਆ। ਹਦੀਸ ਵਿੱਚ ਦਰਜ ਹੈ ਕਿ ਤੀਮੀਆਂ ਨੂੰ ਹਜ਼ਰਤ ਯੂਸਫ ਦਾ ਕਿੱਸਾ ਪੜ੍ਹਨ ਅਤੇ ਸੁਣਨ ਦੀ ਮਨਾਹੀ ਕੀਤੀ ਜਾਵੇ ਤਾਂ ਜੋ ਉਹ ਆਪਣੀ ਪਵਿੱਤਰਤਾ ਤੋਂ ਭ੍ਰਿਸ਼ਟ ਨਾ ਹੋ ਜਾਣ। ਤੇ ਹੁਣ ਆਉਂਦੇ ਹਾਂ ਦੋਸਤੋ ਕਿੱਸੇ ਦੀ ਕਹਾਣੀ ਤੱਕ, ਤੇ ਇਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਰੱਬ ਦਾ ਨਾਂ ਲੈਣਾ ਜ਼ਰੂਰੀ ਸਮਝਦਾ।
ਹੁਣ किस्से दी मैं जिहड़ी असली कहानी है शुरू करदा, क्योंकि इस तो पहला भी कित्थों कित्थों ये स्रोत मैं इकट्ठे कीते उहदी जानकारी देनी जरूरी सी, क्योंकि मैं भी पंजाबी यूनिवर्सिटी पटियाला ते पंजाबी यूनिवर्सिटी चंडीगढ़ कुरुक्षेत्र यूनिवर्सिटी का खोज का विद्यार्थी रहा। खोज के कार्य करन दे विच मैनूं अति आनंद आउंदा है, परंतु इत्थे जिहड़ी मेरी अड़चन सी वो ये रही कि अरबी भाषा ते फारसी मैनूं आउंदी नहीं, इस करके मैं वो किताबां पढ़ सकिया जिन्हां नूं मैं अंग्रेजी अते पंजाबी दे विच पढ़ सकदा सां। पर फिर भी किते ना किते जेकर कोई कमी पेशी रही होवे तां सज्जन कई बहुता जानदे होणगे वो माफ करन, पर जो कुछ लभ्या इन्हां दे विचों उस मुताबिक किस्से दी कहानी इउं है। यूसुफ ਇਹ ਯਾਕੂਬ ਦਾ ਪੁੱਤਰ ਅਤੇ ਇਬਰਾਹਿਮ ਦਾ ਪੜੋਤਾ ਸੀ। ਕੁਰਾਨ ਸ਼ਰੀਫ ਵਿੱਚ ਇਸ ਨਾਮ ਦੀ 12ਵੀਂ 24ਵੀਂ 25ਵੀਂ 26ਵੀਂ 34 35 36 ਆਇਤ ਦੇ ਵਿੱਚ ਇਹਨਾਂ ਦਾ ਜ਼ਿਕਰ ਮਿਲਦਾ ਹੈ। ਯੂਸੁਫ ਬਹੁਤ ਹੀ ਸੁੰਦਰ ਸੀ। ਅਹਿਮਦਜਾਰ ਨੇ ਉਸ ਦੀ ਸੁੰਦਰਤਾ ਦਾ ਵਰਣਨ ਕਿੱਸੇ ਦੀ ਨਾਇਕਾ ਜ਼ੁਲੇਖਾ ਦੇ ਮੂੰਹੋਂ ਕਰਵਾਇਆ ਹੈ ਕਿ ਉਹ ਸੁਪਨੇ ਵਿੱਚ ਯੂਸੁਫ ਦੀ ਸੂਰਤ ਨੂੰ ਦੇਖਦੀ ਹੈ ਤੇ ਉਸ ਤੇ ਮੋਹਿਤ ਹੋ ਜਾਂਦੀ ਹੈ। ਮੈਂ ਸੁਪਨੇ ਇੱਕ ਸੂਰਤ ਡਿੱਠੀ ਚੰਨ ਪਿਆ ਵਿੱਚ ਝੋਲੇ, ਚੀਰ ਗਿਆ ਉਹ ਤੀਰ ਜਿਗਰ ਨੂੰ ਇਕਸ ਨਜ਼ਰ ਦਿਲੇ ਦਾ, ਜੇ ਉਹ ਮੁੜ ਵੇਖਾਂ ਇੱਕ ਵਾਰੀ ਤਾਂ ਮੇਰੀ ਜ਼ਿੰਦਗਾਨੀ। ਇਹ ਗੱਲ ਕਰਕੇ ਝੜੀ ਜਿਮੀ ਤੇ ਹੋ ਬੇਤਾਬ ਜ਼ੁਲੇਖਾਂ, ਵਤ ਨੂੰ ਉੱਠੀ ਤੜਫੀ ਕੁੱਠੀ ਮੁੱਠੀ ਖਵਾਬ ਜ਼ੁਲੇਖਾਂ। ਗੱਲ ਕੀ ਯੂਸੁਫ ਬਹੁਤ ਹੀ ਸੋਹਣਾ ਸੀ। ਸੰਸਾਰ ਦੀ ਸਾਰੀ ਸੁੰਦਰਤਾ ਇੱਕ ਪਾਸੇ ਤੇ ਇਕੱਲਾ ਯੂਸੁਫ ਇੱਕ ਪਾਸੇ। ਉਸ ਦੀ ਸੁੰਦਰਤਾ ਕਰਕੇ ਹੀ ਯੂਸੁਫ ਦੀ ਕਦਰ ਵਧੇਰੇ ਸੀ। ਉਸ ਦੇ ਭਰਾਵਾਂ ਨੂੰ ਕੋਈ ਪੁੱਛਦਾ ਨਹੀਂ ਸੀ, ਜਿਸ ਕਰਕੇ ਉਹ ਯੂਸੁਫ ਦੇ ਨਾਲ ਬਹੁਤ ਨਫ਼ਰਤ ਕਰਦੇ ਸਨ। ਤੇ ਇੱਕ ਦਿਨ ਉਹਨਾਂ ਨੇ ਰਲ ਕੇ ਮਸ਼ਵਰਾ ਕੀਤਾ ਤੇ ਯੂਸੁਫ ਨੂੰ ਜੰਗਲ ਦੇ ਕਿਸੇ ਅੰਨੇ ਖੂਹ ਦੇ ਵਿੱਚ ਸੁੱਟ ਆਏ। ਉੱਥੋਂ ਇੱਕ ਵਪਾਰੀਆਂ ਦਾ ਟੋਲਾ ਲੰਘ ਰਿਹਾ ਸੀ। ਉਹਨਾਂ ਨੇ ਦੇਖ ਲਿਆ ਕਿ ਕੋਈ ਨੌਜਵਾਨ ਖੂਹ ਵਿੱਚ ਡਿੱਗਿਆ ਪਿਆ ਹੈ। ਕਈ ਕਹਿੰਦੇ ਹਨ ਕਿ ਉੱਥੇ ਇੱਕ 1200 ਸਾਲ ਦਾ ਬਜ਼ੁਰਗ ਪਿਆ ਸੀ, ਉਸਨੇ ਯੂਸੁਫ ਨੂੰ ਬਚਾ ਲਿਆ। ਅਹਿਮਦਜਾਰ ਦੇ ਹਵਾਲੇ ਨਾਲ ਖੂਹ ਦੇ ਵਿੱਚ ਇੱਕ ਬੰਦਾ ਆਹਾ ਪੱਥਰ ਉੱਪਰ ਪਿਆ ਹੀ 1200 ਵਰਿਆਂ ਦੀ ਉਸ ਦੀ ਉਮਰ ਸੁਣੀਂਦੀ ਆਹੀ। ਉਹ ਟੋਲਾ ਯੂਸੁਫ ਨੂੰ ਆਪਣੇ ਨਾਲ ਮਿਸਰ ਲੈ ਗਏ ਤੇ ਉੱਥੇ ਉਸ ਨੂੰ ਅਜ਼ੀਜ਼ ਨਾਂ ਦੇ ਅਮੀਰ ਆਦਮੀ ਨੂੰ ਵੇਚ ਦਿੱਤਾ। ਮਿਸਰ ਦੀ ਮੰਡੀ ਦੇ ਵਿੱਚ ਯੂਸੁਫ ਵਿਕਦਾ ਰਿਹਾ। ਜਦੋਂ ਯੂਸੁਫ ਨੂੰ ਲੈ ਕੇ ਮਿਸਰ ਵੱਲ ਜਾ ਰਹੇ ਸੀ ਤਾਂ ਕਹਿੰਦੇ ਨੇ ਕਿ ਰਸਤੇ ਵਿੱਚ ਉਸਨੇ ਆਪਣੀ ਮਾਤਾ ਦੀ ਕਬਰ ਨੂੰ ਵੀ ਦੇਖਿਆ ਤੇ ਕਾਫੀ ਪ੍ਰਭਾਵਿਤ ਹੋਇਆ। ਕਲਮ ਤੋਂ ਲਿਖਿਆ ਜਾਵੇ ਨਹੀਂ ਇਹ ਪੁਰ ਦਰਦ ਹਵਾਲਾ, ਵਰਦਾ ਬਣ ਕੇ ਟੁਰ ਪਿਆ ਯੂਸੁਫ ਵਰਦਿਆਂ ਦਾ ਰਖਵਾਲਾ। ਉਹ ਟਾਲਿਆਂ ਹਰਗਿਜ਼ ਟਲਦੀਆਂ ਨਹੀਂ, ਬਈ ਟਾਲਿਆਂ ਹਰਗਿਜ਼ ਟਲਦੀਆਂ ਨਹੀਂ। ਉਹ ਪੁੱਠੀਆਂ ਸਿੱਧੀਆਂ ਰੇਖਾਂ ਉਹ ਪੇਸ਼ ਬੰਦੇ ਦੇ ਆਵੇ, ਜੋ ਹੋਵੇ ਵਿਚਲੇ ਲੇਖਾਂ। ਕਿਸਾ ਦਰਦ ਫਰਾਕਾਂ ਵਾਲਾ ਭੁੱਲ ਨਾ ਜਾਵੇ ਛੋਇਆ, ਲਾਡਲਾ ਪੁੱਤ ਯਾਕੂਬ ਨਬੀ ਦਾ ਮਿਸਰ ਰਵਾਨਾ ਹੋਇਆ। ਰਾਹ ਵਿੱਚ ਕਬਰ ਰਾਹੀਲ ਦੀ ਆਈ, ਰਾਹ ਵਿੱਚ ਕਬਰ ਰਾਹੀਲ ਦੀ ਆਈ। ਸੱਚੇ ਰੱਬ ਦਾ ਪਾਣਾ ਡਿੱਗਾ ਮਾਂ ਦੀ ਕਬਰ ਤੇ ਯੂਸੁਫ ਹੋ ਕੇ ਨਿੰਮੂ ਚਾਣਾ। ਆਖੇ ਹਾਲ ਪੁੱਤਰ ਦਾ ਵੇਖੀ ਮਾਏ ਵੰਡੀ ਦੁੱਖ ਮੇਰੇ, ਮੇਰੀ ਜਾਨ ਇਕੱਲੀ ਗਿਰਦੇ ਦਰਦਾਂ ਨੇ ਪਾਲੇ ਲਿਖੇ। ਤੁਰ ਪਿਆ ਕਿੰਨਿਆਂ ਨੂੰ ਛੱਡ ਕੇ ਸ਼ਾਇਦ ਫੇਰ ਨਾ ਆਵਾਂ। ਕੂਕਾਂ ਰਹਿਣ ਦੀਆਂ ਨਿੱਤ ਇਹੋ ਮਾਵਾਂ ਠੰਡੀਆਂ ਛਾਵਾਂ।
ਵਿਛੜਨ ਪਾਈ ਭੈਣਾ ਤੂੰ ਨਾ ਵਿਛੜਨ ਪਾਈ ਉਹ ਲੱਗਦਾ ਰੋਗ ਵੱਲੇ ਵਿਛੜਨ ਪੁੱਤ ਜੋ ਮਾਮਾ ਕੋਲੂ ਕੌਣ ਉਹਨਾਂ ਨੂੰ ਚੱਲੇ ਕੌਡੀਆਂ ਤੂੰ ਵੀ ਸਸਤਾ ਵਿਕਿਆ ਤੇਰਾ ਲਾਲ ਪਿਆਰਾ ਦੇਸ ਨੂੰ ਛੱਡ ਪਰਦੇਸੀ ਹੋਇਆ ਯੂਸਫ ਦਰਦਾ ਮਾਰਾ ਵੇਖਣ ਵਿੱਚ ਨਾ ਮੁੜ ਕੇ ਆਵੇ ਆਪਣਾ ਦੇਸ ਕਹਾਵਾਂ ਲੈ ਤਕਦੀਰ ਕਿਧਰ ਨੂੰ ਜਾਵੇ ਕਿੱਥੇ ਬਣੇ ਟਿਕਾਣਾ ਜਾਂਦੀ ਵਾਰੀ ਮਿਲ ਪਾਵਾਂਏ ਮੁਖ ਤੱਕ ਰੱਜ ਤੇਰਾ ਮੁੜ ਕੇ ਫੇਰ ਨਹੀਂ ਆਉਣਾ ਏਥੇ ਜੋਗੀ ਵਾਲਾ ਫੇਰਾ ਮਿੱਟੀ ਕਬਰ ਤੇਰੀ ਦੀ ਲੈ ਕੇ ਅੱਖੀ ਸੁਰਮਾ ਪਾਵਾਂ ਤੇਰੀ ਤੇ ਹੋ ਤੇਰੀ ਜਾਵਾਂ ਆਪਣਾ ਆਪ ਮੁਕਾਵਾਂ ਕਬਰ ਤੂੰ ਉੱਠ ਕੇ ਜਾਵਾਂ ਕਿੱਥੇ ਕਬਰ ਤੂੰ ਉੱਠ ਕੇ ਮੈਂ ਜਾਵਾਂ ਕਿੱਥੇ ਕਿੰਨੂੰ ਦਰਦ ਸੁਣਾਵਾਂ ਮੇਰੇ ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਹਿਤ ਸੁਨੇਹੇ ਹਰਵਿੰਦਰ ਸ਼ਰਮਾ ਦੇ ਨਾਲ ਮੀਡੀਆ ਵੇਵਸ ਤੋਂ 6044494444 ਸਾਡਾ ਫੋਨ ਨੰਬਰ ਹੈ ਗੱਲਬਾਤ ਕਰਨੀ ਚਾਹੋ ਕੋਈ ਇਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਤਾਂ ਤੁਹਾਡਾ ਸਵਾਗਤ ਹੈ ਖੈਰ ਹੁਣ ਯੂਸਫ ਮਿਸਰ ਦੀ ਮੰਡੀ ਦੇ ਵਿੱਚ ਜਾ ਰਿਹਾ ਹੈ ਇਹ ਨਹੀਂ ਹੈ ਕਿ ਉੱਥੇ ਉਸ ਨੂੰ ਇੱਕੋ ਹੀ ਵਿਅਕਤੀ ਨੇ ਖਰੀਦਿਆ ਉਹ ਇੱਕ ਤੋਂ ਦੂਸਰੇ ਵੱਲ ਕਿਉਂਕਿ ਉਸ ਵੇਲੇ ਗੁਲਾਮ ਆਮ ਹੀ ਵਿਕਦੇ ਸਨ ਤੇ ਇਸ ਤਰ੍ਹਾਂ ਉਹ ਗੁਲਾਮਾਂ ਦੀ ਹਾਲਤ ਦੇ ਵਿੱਚ ਵਿਕਦਾ ਰਿਹਾ ਕਹਾਣੀ ਹੈ ਕਿ ਯੂਸਫ ਦੇ ਮਿਸਰ ਆਉਂਦਿਆਂ ਹੀ ਮਿਸਰ ਵਿੱਚ ਬਹਾਰਾਂ ਆਉਣ ਲੱਗ ਪਈਆਂ ਵੀਰਾਨ ਪਈ ਧਰਤੀ ਉੱਤੇ ਬਾਗ ਖਿੜ ਗਏ ਸਾਰੀ ਮਿਸਰ ਦੀ ਧਰਤੀ ਹਰੀ ਭਰੀ ਹੋ ਗਈ ਮਾਲਕ ਨੇ ਮਹਿਲ ਪਵਾਇਆ ਤੇ ਲੋਕ ਦਰਸ਼ਨ ਕਰਨ ਆਉਣ ਲੱਗੇ ਤੇ 1 ਦਿਨਾਰ ਮੁੱਲ ਲਿਆ ਜਾਂਦਾ ਸੀ ਤੇ ਪਹਿਲੇ ਦਿਨ 6 ਲੱਖ ਦਿਨਾਰ ਤੇ ਦੂਸਰੇ ਦਿਨ 12 ਲੱਖ ਦਿਨਾਰ ਇਕੱਠੇ ਹੋ ਗਏ ਸਾਰਾ ਮੁਲਕ ਹੀ ਦਰਸ਼ਨ ਕਰ ਗਿਆ ਤੇ ਫਿਰ ਕਿਤਫੀਰ ਨਾਂ ਦੇ ਅਮੀਰ ਵਿਅਕਤੀ ਨੇ ਯੂਸਫ ਨੂੰ ਖਰੀਦ ਲਿਆ ਕਿਤੇ ਇਹਦਾ ਨਾਮ ਅਜ਼ੀਜ਼ ਵੀ ਆਉਂਦਾ ਹੈ ਕਿਤਫੀਰ ਵੀ ਆਉਂਦਾ ਹੈ ਤੇ ਅਜ਼ੀਜ਼ ਦੀ ਪਤਨੀ ਦਾ ਨਾਮ ਜ਼ੁਲੇਖਾ ਸੀ ਉਹ ਯੂਸਫ ਨੂੰ ਸੁਪਨੇ ਵਿੱਚ ਵੇਖ ਚੁੱਕੀ ਸੀ ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਤੇ ਉਸ ਦੀ ਸੁੰਦਰਤਾ ਦੇ ਉੱਤੇ ਮੋਹਿਤ ਹੋ ਚੁੱਕੀ ਸੀ ਜ਼ੁਲੇਖਾ ਦਿਨ ਪ੍ਰਤੀ ਦਿਨ ਯੂਸਫ ਦੀ ਸੁੰਦਰਤਾ ਤੇ ਆਸ਼ਿਕ ਹੋ ਰਹੀ ਸੀ ਇੱਕ ਦਿਨ ਜ਼ੁਲੇਖਾ ਨੇ ਆਪਣੇ ਦਿਲ ਦਾ ਭੇਤ ਯੂਸਫ ਅੱਗੇ ਖੋਲ ਦਿੱਤਾ ਤੇ ਆਪਣਾ ਪੂਰਾ ਹਾਰ ਸ਼ਿੰਗਾਰ ਕਰਕੇ ਉਸਨੇ ਯੂਸਫ ਨੂੰ ਆਪਣੇ ਕਮਰੇ ਵਿੱਚ ਬੁਲਾ ਲਿਆ ਤੇ ਆਪਣੀ ਕਾਮ ਵਾਸ਼ਨਾ ਦਾ ਸ਼ਿਕਾਰ ਬਣਾਉਣਾ ਚਾਹਿਆ ਪਰ ਯੂਸਫ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਜ਼ੁਲੇਖਾ ਦੇ ਲੱਖ ਵਾਸਤੇ ਪਾਉਣ ਤੇ ਵੀ ਯੂਸਫ ਆਪਣੇ ਧਰਮ ਤੇ ਕਾਇਮ ਰਿਹਾ ਤੇ ਉਸ ਨੂੰ ਬਹੁਤ ਸਮਝਾਇਆ ਵੈਸੇ ਵੀ ਜ਼ੁਲੇਖਾ ਯੂਸਫ ਤੋਂ ਉਮਰ ਦੇ ਵਿੱਚ ਕਾਫੀ ਵੱਡੀ ਸੀ ਤੇ ਯੂਸਫ ਦੇ ਮਾਲਕ ਦੀ ਉਹ ਪਤਨੀ ਸੀ ਯੂਸਫ ਅਜਿਹਾ ਗੁਨਾਹ ਕਿਵੇਂ ਕਰਦਾ ਜਦ ਜ਼ੁਲੇਖਾ ਦੀ ਕੋਈ ਪੇਸ਼ ਨਾ ਗਈ ਤਾਂ ਉਸਨੇ ਯੂਸਫ ਨੂੰ ਪਿਆਰ ਨਾਲ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਕਮਰੇ ਵਿੱਚ ਹਲਚਲ ਸੁਣ ਕੇ ਜ਼ੁਲੇਖਾ ਦਾ ਪਤੀ ਵੀ ਉਹਨਾਂ ਵੱਲ ਆਉਣ ਲੱਗਾ ਯੂਸਫ ਭੱਜਣ ਦੀ ਕੋਸ਼ਿਸ਼ ਕਰਦਾ ਸੀ ਜ਼ੁਲੇਖਾ ਨੇ ਪਿੱਛੋਂ ਉਸ ਦਾ ਕੁੜਤਾ ਫੜ ਲਿਆ ਤੇ ਯੂਸਫ ਦਾ ਕੁੜਤਾ ਪਾਟ ਗਿਆ ਜ਼ੁਲੇਖਾ ਨੇ ਆਪਣੇ ਪਤੀ ਕੋਲ ਯੂਸਫ ਦੀ ਸ਼ਿਕਾਇਤ ਲਗਾਈ ਕਿ ਇਹ ਮੇਰੇ ਨਾਲ ਜ਼ਬਰਦਸਤੀ ਕਰ ਰਿਹਾ ਸੀ ਤੇ ਇਸਨੇ ਮੈਨੂੰ ਹੱਥ ਪਾਇਆ ਤੇ ਉਸ ਲੜਕੇ ਨੇ ਮੇਰੇ ਨਾਲ ਬਹੁਤ ਹੀ ਜ਼ਿਆਦਾ ਬੇਇਨਸਾਫੀ ਕੀਤੀ ਹੈ ਇਸ ਤਰ੍ਹਾਂ ਦੇ ਉਹ ਯੂਸਫ ਉੱਤੇ ਇਲਜ਼ਾਮ ਲਗਾ ਰਹੀ ਸੀ ਇਹਦੇ ਵਿੱਚ ਜ਼ਿਕਰ ਆਉਂਦਾ ਹੈ ਮੈਨੂੰ ਹੱਥ ਪਾਇਆ ਉਸ ਲੜਕੇ ਨੰਗ ਨਮੂਸ ਉਤਾਰੇ ਨਾ ਕੁਝ ਹੋਰ ਲਾਇਕ ਉਸ ਨੂੰ ਘਲੀਏ ਬਦਖਾਨੇ ਫਜ਼ਰੇ ਦੀ ਮੈਂ ਪਈ ਮੰਜੀ ਤੇ ਦੇਹੀ ਨਵੀਂ ਨਰੋਈ
आन छूहिया तन मेरा इसने जाता सुती होई गुस्से नाल उठी तां भन्ना अगे लग के मेरे दामन रहा हाथ विच मेरे जा खला मुड़ तेरे। पर यूसुफ ने फिर भी बहुत मिन्नतां तरलां कीतियां कि मैं ये कदे सोच भी नहीं सी सकदा कि मेरे नाल इस तरह दा वर्ताव करेंगी।
जी उम्मीद नहीं सी, एहो 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 जी उम्मीद नहीं सी। कहानी अगे क्यों है? हुण यूसुफ दा उसने जुलेखा ने कुर्ता पिछों फड़िया ते वो पिछे तो कुर्ता फट गया ते इतने ही जुलेखा दा पति आ गया ते जुलेखा ने सारा हाल अपना रो रो के दसिया। यूसुफ कहंदे ने भी चुप ही रहा ते वो कहंदा भी अल्लाह परवरदिगार वो मेरी रखिया करूगा भी मैं ठीक हाँ, मैं सच्चा हाँ। ਤਾਂ ਉਸਦੇ ਪਤੀ ਕਿਤਫਾਰ ਨੇ ਕਿਤਫੀਰ ਜਾਂ ਕਿਤਫਾਰ ਇਹ ਕਿਤਫੀਰ ਲਿਖਿਆ ਹੋਇਆ ਹੈ ਮਹਾਨ ਕੋਸ਼ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਨੇ, ਬਾਕੀ ਸਾਰੀਆਂ ਪੁਸਤਕਾਂ ਦੇ ਵਿੱਚ ਇਹਦਾ ਨਾਮ ਅਜ਼ੀਜ਼ ਵੀ ਲਿਖਿਆ ਹੋਇਆ ਹੈ। ਤੇ ਉਸ ਨੇ ਜ਼ੁਲੇਖਾ ਦੀ ਗੱਲ ਦਾ ਸੱਚ ਮੰਨ ਕੇ ਆਪਣੇ ਨਾਲ ਹੋਰ ਸੈਨਿਕ ਬੁਲਾਏ, ਜ਼ੁਲਾਦ ਬੁਲਾਏ, ਉਹਨਾਂ ਨੂੰ ਕਿਹਾ ਕਿ ਤੁਸੀਂ ਯੂਸਫ ਨੂੰ ਮਾਰ ਦਿਓ ਵੀ ਇਸ ਦਾ ਇੱਥੇ ਰਹਿਣ ਦਾ ਕੋਈ ਹੱਕ ਨਹੀਂ ਬਣਦਾ। ਪਰ ਕਹਿੰਦੇ ਨੇ ਐਨ ਉਸੇ ਵੇਲੇ अल्लाह ने फरिश्तियां दे राही भी अल्लाह ने फरिश्ते भेजे। फरिश्तियां ने गुजारिश की कि एक 5 दिनों के बच्चे तो कई थावां दे आउंदा उत्ते भी 3 महीनों तो या 3 दिनों तो इस तरह का जिक्र मिलता है कि 5 दिनों के बच्चे तो गवाही दवाई जिहदे विच दस्सिया गया गवाही दे विच कि जिहड़ा यूसुफ है यह बेकसूर है। कुरान शरीफ दे विच 24ਵੀਂ सूरत दे विच भी यह इत्थों लिखिया मिलता है कि जे कुर्ता अगे तो फटिया हुंदा तां यूसुफ झूठा होना सी, पर कुर्ता पिछों फटिया होया सी ते यूसुफ निर्दोष साबित किया गया। एक उन्हां दा अंदाजा सी भी जे यूसुफ दा कुर्ता पिछे तो फटिया तां इहदा मतलब जुलेखा दी गलती है, जे अगे तो यूसुफ दा कुर्ता फटिया हुंदा तां यूसुफ नूं कसूरवार मन लिया जाना सी ते यूसुफ निर्दोष साबित होया। जुलेखा काफी शर्मसार हुई। जुलेखा उम्र विच भी यूसुफ तो काफी वड्डी सी ते यूसुफ नूं मौत दी सजा तां नहीं दित्ती गई पर उसनूं घर दे विच ही कैद करके रखिया गया। मिस्र दे लोग तरह तरह दीयां गल्लां बनाउंदे रहे, जुलेखा नूं ताने मेहने भी दिंदे रहे। यूसुफ नूं कितफीर ने गधे ते बिठा के पूरे शहर च घुमाया ते ਇਹ ਵੀ ਨਾਲੋਂ ਨਾਲ ਘੋਸ਼ਣਾ ਕਰਦੇ ਰਹੇ ਕਿ ਇਸ ਅਪਰਾਧੀ ਨੇ ਆਪਣੀ ਮਾਲਕਨ ਨਾਲ ਜ਼ਬਰਦਸਤੀ ਕੀਤੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਵੀ ਕਿਸੇ ਦੇ ਵਿੱਚ ਮਿਲਦੀਆਂ ਨੇ। ਯੂਸੁਫ ਨੇ ਕਈ ਸਾਲ ਕੈਦਖਾਨੇ ਵਿੱਚ ਕੱਟੇ। ਲੋਕ ਭੁੱਲ ਵੀ ਗਏ ਕਿ ਯੂਸੁਫ ਕੈਦ ਦੇ ਵਿੱਚ ਸੜਦਾ ਪਿਆ ਜਾਂ ਮਰਦਾ ਪਿਆ। ਕਹਿੰਦੇ ਨੇ ਕਿ ਯੂਸੁਫ ਘਰ ਦੀ ਕੈਦ ਦੇ ਵਿੱਚ 7 ਸਾਲ ਤੱਕ ਰਿਹਾ। ਇੱਕ ਦਿਨ ਮੈਂ ਪਹਿਲਾਂ ਜਦੋਂ ਸੁਪਨਿਆਂ ਬਾਰੇ ਗੱਲਬਾਤ ਕੀਤੀ ਸੀ ਉਦੋਂ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ ਕਿ ਜਿਹੜਾ ਯੂਸੁਫ ਸੀ ਉਹ ਸੁਪਨਿਆਂ ਦੀ ਵਿਆਖਿਆ ਕਰਨ ਦੇ ਵਿੱਚ ਬਹੁਤ ਹੀ ਮਾਹਰ ਸੀ ਤੇ ਉਹ ਜੋ ਸੁਪਨੇ ਦਾ ਕਿਸੇ ਨੂੰ ਫਲ ਦੱਸਦਾ ਸੀ ਉਹ ਸੱਚਾ ਹੀ ਸਾਬਤ ਹੁੰਦਾ ਸੀ। ਤੇ ਸਬਬ ਦੇ ਨਾਲ ਜਿਹੜਾ ਮਿਸਰ ਦਾ ਬਾਦਸ਼ਾਹ ਸੀਗਾ ਉਹਨੂੰ ਵੀ ਇੱਕ ਸੁਪਨਾ ਆਇਆ ਕਿ 7 ਮੋਟੀਆਂ ਤਾਜ਼ੀਆਂ ਗਾਵਾਂ ਨੇ ਜੋ ਜਿਸ ਨੂੰ ਸੁੱਕੀਆਂ ਜਿਹੀਆਂ ਗਾਵਾਂ ਵੀ ਉਹ ਖਾ ਰਹੀਆਂ ਨੇ। 7 ਪੱਤੀਆਂ ਹਰੀਆਂ ਹਨ, ਸਰਤ ਸੁੱਕੀਆਂ। ਇਸ ਸੁਪਨੇ ਨੇ ਬਾਦਸ਼ਾਹ ਨੂੰ ਬੜਾ ਪਰੇਸ਼ਾਨ ਕਰਕੇ ਰੱਖ ਦਿੱਤਾ ਤੇ ਬਾਦਸ਼ਾਹ ਸੁਪਨੇ ਬਾਰੇ ਕੁਝ ਵੀ ਸਮਝ ਨਾ ਸਕਿਆ ਤੇ ਬਾਦਸ਼ਾਹ ਨੇ ਆਪਣੇ ਦਰਬਾਰੀਆਂ ਤੋਂ ਪੁੱਛਿਆ ਵੀ ਮੈਨੂੰ ਇਸ ਸੁਪਨੇ ਦੀ ਵਿਆਖਿਆ ਬਾਰੇ ਦੱਸੋ, ਇਸ ਸੁਪਨੇ ਦੀ ਵਿਆਖਿਆ ਕਰੋ, ਕੋਈ ਵੀ ਦੱਸ ਸਕਦਾ ਹੈ ਕਿ ਨਹੀਂ। ਤੇ ਉਹਨਾਂ ਨੇ ਕਿਹਾ ਵੀ ਅਸੀਂ ਅਜਿਹੇ ਸੁਪਨੇ ਦੀ ਜਿਹੜੀ ਵਿਆਖਿਆ ਉਹ ਬਿਲਕੁਲ ਵੀ ਨਹੀਂ ਕਰ ਸਕਦੇ ਵੀ ਸਾਡੀ ਇਹ ਸੁਪਨਾ ਜਿਹੜਾ ਸਮਝ ਤੋਂ ਬਿਲਕੁਲ ਹੀ ਪਰੇ ਹੈ। ਫਿਰ ਉਹਨਾਂ ਨੂੰ ਯਾਦ ਆਇਆ ਕਿ ਇੱਕ ਯੂਸੁਫ ਹੈ ਜੋ ਇਸ ਸੁਪਨੇ ਦੀ ਵਿਆਖਿਆ ਕਰ ਸਕਦਾ ਹੈ। ਸਾਡੇ ਕੋਲੇ ਕੁਝ ਕੁ ਵਪਾਰਕ ਸੰਦੇਸ਼ ਨੇ, ਆਪਾਂ ਵਾਪਸ ਪਰਤਦੇ ਹਾਂ। ਤੇ ਉਹਨਾਂ ਨੇ ਦੱਸਿਆ ਵੀ ਜਿਹੜਾ ਯੂਸੁਫ ਹੈ ਉਹ ਸੁਪਨੇ ਦੀ ਵਿਆਖਿਆ ਉਹ ਕਰ ਸਕਦਾ ਹੈ, ਉਹ ਇਸ ਕੰਮ ਦੇ ਵਿੱਚ ਮਾਹਰ ਹੈ, ਨਿਪੁੰਨ ਹੈ। ਤਾਂ ਯੂਸੁਫ ਨੂੰ ਦਰਬਾਰ ਦੇ ਵਿੱਚ ਹਾਜ਼ਰ ਹੋਣ ਦੇ ਲਈ ਕਿਹਾ ਗਿਆ, ਪਰੰਤੂ ਯੂਸੁਫ ਕਹਿੰਦਾ ਜਦੋਂ ਦਰਬਾਰੀ ਉਹਦੇ ਕੋਲੇ ਗਏ ਯੂਸੁਫ ਦੇ ਕੋਲੇ ਜਿੱਥੇ ਉਹ ਕੈਦ ਕੀਤਾ ਹੋਇਆ ਸੀ, ਯੂਸੁਫ ਕਹਿੰਦਾ ਮੈਂ ਇਸ ਤਰ੍ਹਾਂ ਕੈਦ ਤੋਂ ਬਾਹਰ ਨਹੀਂ ਆ ਸਕਦਾ। ਉਹ ਕਹਿੰਦੇ ਰਾਜਾ ਦਾ ਹੁਕਮ ਹੈ। ਉਹ ਕਹਿੰਦਾ ਭਾਵੇਂ ਜਿਸ ਦਾ ਵੀ ਹੁਕਮ ਹੈ ਪਰੰਤੂ ਜਦੋਂ ਤੱਕ ਮੇਰੇ ਤੇ ਇਲਜ਼ਾਮ ਨੇ ਮੈਂ ਕੈਦ ਦੇ ਵਿੱਚੋਂ ਬਾਹਰ ਨਹੀਂ ਜਾ ਸਕਦਾ।
ਤੇ ਉਹ ਫਿਰ ਵਾਪਸ ਰਾਜਾ ਕੋਲੇ ਗਏ। ਫਿਰ ਜਾ ਕੇ ਉਹਨਾਂ ਨੇ ਸਾਰੀ ਕਹਾਣੀ ਦੱਸੀ ਵੀ ਉਹ ਆਪਣੀ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਣਾ ਚਾਹੀਦਾ। ਇਹਦੇ ਵਿੱਚੋਂ ਕੁਰਾਨ ਸ਼ਰੀਫ ਦੇ ਵਿੱਚ ਇਹ ਵੀ ਆਉਂਦਾ ਵੀ ਯੂਸਫ ਦੀ ਪਵਿੱਤਰਤਾ, ਉਸ ਦਾ ਨੇਕ ਦਿਲ ਇੱਥੋਂ ਪਤਾ ਲੱਗਦਾ ਹੈ ਕਿ ਉਹ ਕੈਦ ਵਿੱਚੋਂ ਆਜ਼ਾਦ ਉਸ ਨੂੰ ਰਾਜਾ ਕਰ ਰਿਹਾ ਸੀ, ਪਰੰਤੂ ਉਹ ਫਿਰ ਵੀ ਕਹਿੰਦਾ ਸੀ ਵੀ ਜਦੋਂ ਤੱਕ ਮੇਰੇ ਤੇ ਇਲਜ਼ਾਮ ਨੇ ਮੈਂ ਕੈਦ ਦੇ ਵਿੱਚੋਂ ਬਾਹਰ ਨਹੀਂ ਆ ਸਕਦਾ। ਫਿਰ ਦਰਬਾਰੀਆਂ ਨੇ ਰਾਜੇ ਦਾ ਜੋ ਸੁਪਨਾ ਸੀ ਉਹ ਯੂਸਫ ਨੂੰ ਆ ਕੇ ਦੱਸਿਆ। ਯੂਸਫ ਨੇ ਸੁਪਨੇ ਦੀ ਵਿਆਖਿਆ ਕਰਕੇ ਦਰਬਾਰੀਆਂ ਨੂੰ ਦੱਸਿਆ। ਫਿਰ ਕਿਸੇ ਨਾ ਕਿਸੇ ਤਰ੍ਹਾਂ ਯੂਸਫ ਨੂੰ ਦਰਬਾਰ ਦੇ ਵਿੱਚ ਹਾਜ਼ਰ ਵੀ ਕੀਤਾ ਗਿਆ ਕਿ ਤੂੰ ਬਹੁਤ ਕਮਾਲ ਦਾ ਬੰਦਾ ਹੈ, ਤੇਰੀ ਪੋਜੀਸ਼ਨ ਉੱਥੇ ਨਹੀਂ ਹੈ, ਤੈਨੂੰ ਦਰਬਾਰ ਦੇ ਵਿੱਚ ਹਾਜ਼ਰ ਹੋਣਾ ਚਾਹੀਦਾ, ਰਾਜਾ ਤੈਨੂੰ ਬੁਲਾ ਰਿਹਾ ਹੈ। ਇਸ ਤਰ੍ਹਾਂ ਉਹ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਤੇ ਸਾਰੀ ਸੁਪਨੇ ਦੀ ਵਿਆਖਿਆ ਉਸਨੇ ਦੁਬਾਰੇ ਦੱਸੀ। ਤੇ ਸੁਪਨਾ ਸੀ ਜਿਹੜਾ ਉਹਨੇ ਦੱਸਿਆ ਕਿ ਤੁਸੀਂ 7 ਸਾਲ ਲਗਾਤਾਰ ਫਸਲ ਬੀਜਦੇ ਰਹੋ ਤੇ ਬੀਜਦੇ ਰਹਿਣਾ ਤੇ ਫਲ ਲੱਗੇ ਰਹਿਣ ਦੇਣਾ, ਫਸਲ ਵੀ ਕੱਟਣੀ ਨਹੀਂ ਹੈ। ਇਹ ਉਹਦੇ ਸੁਪਨੇ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਸੀਗੀ। ਤੇ ਓਨੀ ਹੀ ਤੋੜਨਾ ਜਿੰਨਾ ਤੁਹਾਨੂੰ ਇਹ ਫਸਲ ਚਾਹੀਦੀ ਹੈ ਤੇ ਵੀ ਜਿੰਨਾ ਅਨਾਜ ਤੁਸੀਂ ਖਾਣਾ ਉਸ ਤੋਂ ਵੱਧ ਨਹੀਂ। ਬਾਦਸ਼ਾਹ ਨੇ ਯੂਸਫ ਨੂੰ ਰਿਹਾ ਕਰਵਾ ਕੇ ਆਪਣੇ ਦਰਬਾਰ ਦੇ ਵਿੱਚ ਅਹਿਮ ਪਦ ਦਿੱਤਾ ਕਿਉਂਕਿ ਉਸ ਦਾ ਸੁਪਨਾ ਸੱਚ ਸਾਬਤ ਹੋ ਰਿਹਾ ਸੀ। ਤੇ ਯੂਸਫ ਨੂੰ ਬਾਦਸ਼ਾਹ ਨੇ ਖਜ਼ਾਨੇ ਦਾ ਮਾਲਕ ਬਣਾਇਆ ਤੇ ਪੂਰੇ ਦੇ ਪੂਰੇ ਅਧਿਕਾਰ ਦੇ ਦਿੱਤੇ ਤੇ ਇਹ ਵੀ ਕਿਹਾ ਕਿ ਮੈਂ ਤਾਂ ਸਿਰਫ ਕੁਰਸੀ ਸੰਭਾਲ ਰਿਹਾ, ਜੋ ਕੁਝ ਵੀ ਕਰਨਾ ਹੈ ਉਹ ਫੈਸਲੇ ਲੈਣੇ ਨੇ, ਜੋ ਕੁਝ ਵੀ ਕਰਨਾ ਹੈ ਸਾਰੇ ਅਧਿਕਾਰ ਯੂਸਫ ਨੂੰ ਦਿੱਤੇ। ਯੂਸਫ ਨੇ ਆਪਣੇ ਅਹੁਦੇ ਦਾ ਪੂਰਾ ਫਾਇਦਾ ਉਠਾਇਆ ਤੇ ਜਿੰਨੇ ਵੀ ਸਮਾਜ ਭਲਾਈ ਦੇ ਕੰਮ ਸੀ ਉਹ ਯੂਸਫ ਨੇ ਸਾਰੇ ਕੀਤੇ। ਦੀਨ ਦੁਖੀਆਂ ਦੀ ਮਦਦ ਕੀਤੀ ਉਸਨੇ, ਜੋ ਵੀ ਉਹ ਕਰ ਸਕਦੇ ਸੀ ਹਰ ਇੱਕ ਦੇ ਨਾਲ ਇਨਸਾਫ ਕੀਤਾ ਤੇ ਹਜ਼ਾਰਾਂ ਹੀ ਲੋਕ ਭਲਾਈ ਦੇ ਕੰਮ ਕੀਤੇ। ਤੇ ਹੁਣ ਤੱਕ ਜਿਹੜੀ ਜ਼ੁਲੇਖਾ ਸੀ ਉਹ ਕਾਫੀ ਬੁੱਢੀ ਹੋ ਚੁੱਕੀ ਸੀ। ਦਰਬਾਰ ਵਿੱਚ ਆ ਕੇ ਉਸਨੇ ਆਪਣੀ ਗਲਤੀ ਦਾ ਅਹਿਸਾਸ ਵੀ ਕੀਤਾ। ਯੂਸਫ ਨੇ ਕਹਿੰਦੇ ਆ ਕਿ ਉਸਨੂੰ ਮੁੜ ਤੋਂ ਜਵਾਨ ਕੀਤਾ। ਕਈ ਕਹਾਣੀਆਂ ਨੇ ਕਿ ਯੂਸਫ ਕੁਝ ਕਰਾਮਾਤਾਂ ਜਾਣਦੀ ਸੀ, ਉਹ ਆਪਣੀਆਂ ਕਰਾਮਾਤਾਂ ਕਰਕੇ ਜਵਾਨ ਹੋ ਗਈ। ਇਸ ਤਰ੍ਹਾਂ ਦੀ ਗੱਲ ਮਿਲਦੀ ਹੈ। ਇੱਕ ਵਾਰ ਮਿਸਰ ਦੇ ਵਿੱਚ ਕਾਲ ਪੈ ਗਿਆ ਤੇ ਲੋਕ ਅਨਾਜ ਤੋਂ ਦਾਣੇ ਪਾਣੀ ਤੋਂ ਤਰਫਣ ਲੱਗੇ, ਹਰ ਇੱਕ ਭੁੱਖ ਦੇ ਨਾਲ ਵਿਆਕੁਲ ਸੀ, ਪਰੇਸ਼ਾਨ ਸੀ। ਯੂਸਫ ਦੇ ਭਰਾ ਵੀ ਆਏ ਜਿਨ੍ਹਾਂ ਨੇ ਉਸ ਨੂੰ ਖੂਹ ਦੇ ਵਿੱਚ ਸੁੱਟਿਆ ਸੀ ਤੇ ਇੱਥੇ ਜ਼ੁਲੇਖਾ ਵੀ ਕਹਿੰਦੀ ਹੈ ਵੀ ਆਉਂਦੀ ਆ ਉਹਨਾਂ ਦੇ ਕੋਲੇ ਫਰਿਆਦ ਲੈ ਕੇ ਤੇ ਯੂਸਫ ਦੇ ਭਰਾ ਵੀ ਆਉਂਦੇ ਨੇ। ਇਸ ਤਰ੍ਹਾਂ ਯੂਸਫ ਦਾ ਆਪਣੇ ਭਰਾਵਾਂ ਦੇ ਨਾਲ ਫਿਰ ਵੀ ਮੇਲ ਹੋ ਜਾਂਦਾ ਹੈ। ਪਰੰਤੂ ਇੱਕ ਗੱਲ ਮੈਂ ਸਪਸ਼ਟ ਕਰਦੇ ਹਾਂ ਕਿ ਕਿਤੇ ਵੀ ਅਜਿਹਾ ਜ਼ਿਕਰ ਕਹਾਣੀ ਦੇ ਵਿੱਚ ਕਿਸੇ ਵੀ ਪੁਸਤਕ ਦੇ ਵਿੱਚ ਕਿਤੇ ਵੀ ਨਹੀਂ ਮਿਲਦਾ ਕਿ ਯੂਸਫ ਅਤੇ ਜ਼ੁਲੇਖਾ ਦੀ ਸ਼ਾਦੀ ਵੀ ਹੋਈ ਜਾਂ ਉਹ ਮੁੜ ਤੋਂ ਇਕੱਠੇ ਵੀ ਹੋਏ। ਕੁਰਾਨ ਸ਼ਰੀਫ ਦੇ ਵਿੱਚ ਜ਼ੁਲੇਖਾ ਦਾ ਜ਼ਿਕਰ ਤੱਕ ਵੀ ਨਹੀਂ ਮਿਲਦਾ। ਤੇ ਜਿਹੜਾ ਭਰਾਵਾਂ ਨੇ ਉਹਨਾਂ ਨੂੰ ਖੂਹ ਦੇ ਵਿੱਚ ਸੁੱਟਿਆ ਸੀ ਉਹ ਵੀ ਯੂਸਫ ਕੋਲੋਂ ਮਦਦ ਲੈਣ ਦੇ ਲਈ ਆਏ। ਯੂਸਫ ਨੇ ਉਹਨਾਂ ਨੂੰ ਬਹੁਤ ਸਾਰਾ ਧਨ ਦੌਲਤ ਮਾਲ ਖਜ਼ਾਨਾ ਦਿੱਤਾ, ਤੋਹਫੇ ਵੀ ਬਹੁਤ ਸਾਰੇ ਦਿੱਤੇ, ਬਹੁਤ ਸਾਰੀਆਂ ਸੌਗਾਤਾਂ ਦਿੱਤੀਆਂ ਤੇ ਇਹ ਵੀ ਕਿਹਾ ਕਿ ਮੈਂ ਸਾਰੇ ਤੁਹਾਡੇ ਗੁਨਾਹ ਮੁਆਫ ਕਰਦਾ। ਤੇ ਯੂਸਫ ਦੀ ਬੇਇਨਸਾਫੀ ਦਾ ਪਤਾ ਇਹ ਵੀ ਲੱਗਦਾ, ਕਹਾਣੀ ਕਿ ਵੀ ਮਿਲਦੀ ਹੈ ਕਿ ਯੂਸਫ ਨੂੰ ਇੱਕ ਵਾਰੀ ਕਿਸੇ ਇਸਤਰੀਆਂ ਦੀ ਸਭਾ ਦੇ ਵਿੱਚ ਵੀ ਬੁਲਾਇਆ ਗਿਆ ਜਿੱਥੇ ਬਹੁਤ ਸਾਰੀਆਂ ਇਸਤਰੀਆਂ ਸਨ। ਤਾਂ ਯੂਸਫ ਇੰਨਾ ਸੁੰਦਰ ਸੀ ਕਿ ਉਹ ਇਸਤਰੀਆਂ ਯੂਸਫ ਦੀ ਸੁੰਦਰਤਾ ਨੂੰ ਵੇਖਦੀਆਂ ਰਹਿ ਗਈਆਂ। ਇਸਤਰੀਆਂ ਨੂੰ ਫਲ ਦਿੱਤੇ ਗਏ ਸਨ ਕਿ ਤੁਸੀਂ ਪਲੇਟਾਂ ਦੇ ਵਿੱਚ ਇਹਨਾਂ ਨੂੰ ਕੱਟ ਕੇ ਰੱਖਣਾ ਹੈ ਤੇ ਉਹ ਸਾਰੀਆਂ ਕਹਿੰਦੇ ਯੂਸਫ ਦੇ ਵੱਲ ਦੇਖਦੀਆਂ ਰਹੀਆਂ। ਫਲਾਂ ਦੀ ਥਾਂ ਤੇ ਉਹਨਾਂ ਨੇ ਸਾਰੀਆਂ ਨੇ ਆਪਣੇ ਹੱਥ ਕੱਟ ਲਏ। ਇਸ ਤਰ੍ਹਾਂ ਦੀਆਂ ਕਹਾਣੀਆਂ ਵੀ ਆਮ ਮਿਲਦੀਆਂ ਨੇ। ਤੇ ਇਸ ਤਰ੍ਹਾਂ ਯੂਸਫ ਨੇ ਬੜੇ ਨਿਆਂ ਤੇ ਇਨਸਾਫ ਦੇ ਨਾਲ ਮਿਸਰ ਦੇ ਉੱਤੇ ਰਾਜ ਕੀਤਾ। ਯੂਸਫ ਦੀ ਕੁੱਲ ਉਮਰ ਹੈ ਜਿਹੜੀ ਉਹ 110 ਸਾਲ ਮੰਨੀ ਗਈ ਹੈ। ਇਹ ਸੀਗੀ ਯੂਸਫ ਤੇ ਜ਼ੁਲੇਖਾ ਦੀ ਕਹਾਣੀ।